ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਕਨਸਟੀਟਿਊਸ਼ਨਲ ਬੋਡੀਜ਼ ਬਾਰੇ ਕਿ ਕਨਸਟੀਟਿਊਸ਼ਨਲ ਬੋਡੀਜ਼ ਕੀ ਹੁੰਦੀਆਂ ਨੇ ਤੇ ਕਿਹੜੀ ਕਨਸਟੀਟਿਊਸ਼ਨਲ ਬੋਡੀਜ਼ ਜਿਹੜੀਆਂ ਨੇ ਆਪਾਂ ਡਿਸਕਸ ਕਰਨ ਵਾਲੇ ਹਾਂ। ਅੱਜ ਸਾਰੀ ਜਿਹੜੀ ਹੈ ਆਪਾਂ ਡਿਸਕਸ ਕਰਾਂਗੇ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਡਿਸਕਸ ਕਰਨ ਵਾਲੇ ਹਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। अच्छा, मैं ਤੁਹਾਨੂੰ ਇੱਕ ਗੱਲ ਕਹੀ कि ਜਿਵੇਂ कि यूनियन पब्लिक सर्विस कमिशन ਇੱਕ ਤਰੀਕੇ ਦੀ ਕਨਸਟੀਟਿਊਸ਼ਨਲ ਬੋਡੀ ਹੈ। ਸਭ ਤੋਂ ਪਹਿਲਾਂ ਤਾਂ ਸਮਝੋ ਕਿ ਕਨਸਟੀਟਿਊਸ਼ਨਲ ਬੋਡੀ ਤੇ ਨਾਨ ਕਨਸਟੀਟਿਊਸ਼ਨਲ ਬੋਡੀ ਕੀ ਹੁੰਦੀ ਹੈ। ਸਾਡੇ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਬੋਡੀ ਦੇ ਆਰਟੀਕਲਸ ਡਿਫਾਈਨ ਹੈ ਜਾਂ ਜਿਹੜੀ ਪਾਵਰ ਆਪਣੇ ਕਨਸਟੀਟਿਊਸ਼ਨ ਤੋਂ ਲੈਂਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਕਨਸਟੀਟਿਊਸ਼ਨਲ ਬੋਡੀ। ਜਿਹੜੀ ਪਾਰਲੀਮੈਂਟ ਦੇ ਦੁਆਰਾ ਬਣਾਈ ਜਾਂਦੀ ਹੈ ਜਿਹਦੇ ਆਰਟੀਕਲਸ ਜਿਹੜੇ ਆ ਤੁਹਾਨੂੰ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਮਿਲੂਗੇ ਉਹਨੂੰ ਆਪਾਂ ਕਹਿ ਦਾਂਗੇ ਨਾਨ ਕਨਸਟੀਟਿਊਸ਼ਨਲ ਬੋਡੀ। ਠੀਕ ਹੈ। ਤੇ ਸਭ ਤੋਂ ਪਹਿਲਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਇੱਕ ਤਰੀਕੇ ਨਾਲ ਸੈਂਟਰਲ ਰਿਕਰੂਟਿੰਗ ਏਜੰਸੀ ਹੈ ਇਨ ਇੰਡੀਆ ਦੇ ਵਿੱਚ, ਰਾਈਟ। ਇਹ ਇੱਕ ਤਰੀਕੇ ਨਾਲ इंडिपेंडेंट कॉन्स्टिट्यूशनल बॉडी है। हुण इत्थे दो लाइन्स मैं लिखी। पहली गल लिखी सेंट्रल रिक्रूटिंग एजेंसी, मतलब की है ये यूनियन अगर सेंट्रल गवर्नमेंट की जिहड़ी जॉब्स हुंदियां ने उत्थे रिक्रूट करदी है। इंडिपेंडेंट कॉन्स्टिट्यूशनल बॉडी इंडिपेंडेंटली वर्क करदी है। दूजी गल ਇਹਦੇ ਵਿੱਚ ਆਰਟੀਕਲਸ ਹੁਣ ਆਪਾਂ ਇਹ ਕਿਹਾ ਕਿ ਇੱਕ ਤਰੀਕੇ ਨਾਲ ਕਨਸਟੀਟਿਊਸ਼ਨਲ ਬੋਡੀ ਕਿਹੜੇ ਪਾਰਟ ਦੇ ਵਿੱਚ ਇਹਨੂੰ ਡਿਫਾਈਨ ਕੀਤਾ ਗਿਆ, ਪਾਰਟ ਨੰਬਰ 9th 15 ਸੌਰੀ, ਠੀਕ ਹੈ, ਪਾਰਟ ਨੰਬਰ 15th ਦੇ ਵਿੱਚ ਡਿਫਾਈਨ ਕੀਤਾ ਗਿਆ। ਹੁਣ ਕਿਹੜੇ ਆਰਟੀਕਲਸ ਇਹਦੇ ਵਿੱਚ ਇਨਕਲੂਡਡ ਹੈ, ਆਰਟੀਕਲ ਨੰਬਰ 315 ਤੋਂ ਲੈ ਕੇ ਆਰਟੀਕਲ ਨੰਬਰ 323 ਤੱਕ, ਰਾਈਟ। ਹੁਣ ਦੇਖੋ ਸਭ ਤੋਂ ਪਹਿਲਾਂ ਤਾਂ ਅਗਰ ਅਸੀਂ ਗੱਲ ਕਰੀਏ ਕਨਸਟੀਟਿਊਸ਼ਨ ਜਿਹੜਾ ਹੈ ਜਿੰਨੇ ਵੀ ਪ੍ਰੋਵੀਜ਼ਨਸ ਹੈ ਜਿਵੇਂ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਬਾਰੇ ਗੱਲ ਕੀਤੀ ਜਾਵੇ ਉਹਦੀ ਕੰਪੋਜੀਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਇਹਦੇ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਕੌਣ ਹੋਗੇ, ਕਿਹੜੇ ਮੈਂਬਰਸ ਹੋਣਗੇ, ਠੀਕ ਹੈ। ਇਹਦੀ ਪ੍ਰੋਵੀਜ਼ਨਸ ਕੌਣ ਅਪॉइंट ਕਰੇਗਾ, ਰਾਈਟ। ਰਿਮੂਵਲ, अपॉइंटमेंट हो गया, रिमूवल, ये सारी चीज़ां जड़ियां ने इन्हां आर्टिकल्स दे विच डिफाइन है। ये गल याद रखनी है कि आर्टिकल नंबर 315 तो लैके 323 तक यूनियन पब्लिक सर्विस कमिशन जिहड़ा है इहदे विच सारी जिहड़े है प्रोविजन जिहड़ियां ने इन्हां दे आर्टिकल दे विच आंदियां ने, ठीक है। हुण यूपीएससी दे विच हुंदा की है, यूपीएससी दा सब तो पहला अगर असीं गल करी कंपोजिशन दी, एक यूपीएससी दा चेयरमैन हुंदा है, राइट, प्लस अदर मैंबर्स हुंदे ने। ਤੇ ਇਹਨਾਂ ਨੂੰ ਅਪॉइंट ਕਿਹਦੇ ਦੁਆਰਾ ਕੀਤਾ ਜਾਂਦਾ ਹੈ, ਇਹਨਾਂ ਨੂੰ ਅਪॉइंट ਕੀਤਾ ਜਾਂਦਾ ਹੈ ਪ੍ਰੈਜ਼ੀਡੈਂਟ ਦੇ ਦੁਆਰਾ। ਕਿਹਦੇ ਦੁਆਰਾ? ਪ੍ਰੈਜ਼ੀਡੈਂਟ ਦੇ ਦੁਆਰਾ, ਠੀਕ ਹੈ। ਹੁਣ ਇੱਕ ਹੋਰ ਗੱਲ, ਇਹ ਅਪॉइंटमेंट ਤਾਂ ਹੁੰਦੀ ਹੈ ਪ੍ਰੈਜ਼ੀਡੈਂਟ ਦੇ ਦੁਆਰਾ। ਇੱਥੇ ਇੱਕ ਗੱਲ ਹੋਰ ਤੁਸੀਂ ਨੋਟ ਕਰੋ ਕਿ ਜਿਹੜੀ ਕੰਡੀਸ਼ਨਸ ਹੁੰਦੀਆਂ ਨੇ, ਮਤਲਬ ਕਹਿ ਲਓ ਕਿ ਸਰਵਿਸ ਕਿੱਦਾਂ ਦੀ ਰਹੇਗੀ, ਠੀਕ ਹੈ, ਚੇਅਰਮੈਨ ਦੀ ਤੇ ਅਦਰ ਮੈਂਬਰਸ ਦੀ, ਇਹ ਵੀ ਪ੍ਰੈਜ਼ੀਡੈਂਟ ਹੀ ਡਿਸਾਈਡ ਕਰਦਾ ਹੈ। ਤੇ ਆਪਾਂ ਇਹ ਵੀ ਲਿਖ ਸਕਦੇ ਹਾਂ ਆਲਸੋ determine the conditions of service of the chairman and other member commission, right। हुण एक गल होर है कि कॉन्स्टिट्यूशन ने बिल्कुल भी ये डिफाइन नहीं किया हैगा कि यूपीएससी यानी कि यूनियन पब्लिक सर्विस कमिशन दे विच किन्ने मैंबर होगे। ये कौन डिसाइड करता है? ये प्रेजिडेंट डिसाइड करेगा, ठीक है। तो प्रेजिडेंट के हाथ दे विच पावर है जो जिहड़ी है डिसाइड करेगी किन्ने मैंबर्स वगैरह जिहड़े ने वो तुहाडे कोल रहेंगे। तो पावर किहदे कोल है? ये साडे प्रेजिडेंट कोल है, राइट। चलो हुण इत्थे मैं तुहानूं दो क्वेश्चन दस्से। सब तो पहला कि यूपीएससी चेयरमैन हुंदा, उहदे विच अदर मैंबर्स हुंदे ने, अदर मैंबर्स जिहड़े ने वो कौन अपॉइंट करदा है, चेयरमैन कौन अपॉइंट करदा है, प्रेजेंट करदा है।
ਹੁਣ ਜਦੋਂ ਅਸੀਂ ਚੇਅਰਮੈਨ ਦੀ ਗੱਲ ਕਰਦੇ, ਚੇਅਰਮੈਨ ਕਿੰਨੀ ਦੇਰ ਤੱਕ ਰਹਿੰਦੇ ਨੇ? 6 ਈਅਰਸ ਤੱਕ। 6 ਈਅਰਸ ਤੱਕ ਰਹਿੰਦੇ ਨੇ, ਜਦ ਤੱਕ ਉਹਨਾਂ ਦੀ ਏਜ ਜਿਹੜੀ ਹੈ 65 ਈਅਰਸ ਨਾ ਹੋ ਜਾਏ, ਰਾਈਟ। यानी कि या दोनों विचों पहला हो गया, अगर वो 65 ईयर्स ਦੇ ਹੋ ਗਏ तद रिटायर हो चुके, या 6 साल पूरे हो गए तद रिटायर हो चुके। हुण एक गल होर है कि अगर सपोज करो कि यूपीएससी ਦੇ चेयरमैन ਨੂੰ ਪਹਿਲਾਂ ਹੀ, ਇਹ ਤੋਂ ਪਹਿਲਾਂ ਹੀ ਹਟਣਾ ਹੋਵੇ, ਤੇ ਉਹ ਕੀ ਕਰੇਗਾ? ਉਹ ਰੈਜ਼ਿਗਨੇਸ਼ਨ ਜਿਹੜਾ ਹੈ ਕਿਹਨੂੰ ਦੇਗਾ? ਪ੍ਰੈਜ਼ੀਡੈਂਟ ਨੂੰ, ਰਾਈਟ। ਤੇ ਉਹ ਰੈਜ਼ਿਗਨੇਸ਼ਨ ਕਿਹਨੂੰ ਦੇਗਾ? ਪ੍ਰੈਜ਼ੀਡੈਂਟ ਨੂੰ। ਇੰਨੀ ਗੱਲ ਯਾਦ ਆ ਗਈ। ਇੱਕ ਗੱਲ ਹੋਰ, ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਦੋਂ यूपीएससी ਦੇ ਆਪਾਂ ਚੇਅਰਮੈਨ ਬਣਨਾ ਹੈ, ਜਾਂ ਕਹਿ ਲਓ ਕਿ ਆਪਾਂ ਜਿਹੜੇ ਹੈ ਅਦਰ ਮੈਂਬਰ ਦੇ ਵਿੱਚ ਆਉਣਾ, ਸਾਡੀ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਨਾ। ਤੇ ਸਾਡਾ ਜਿਹੜਾ ਕੌਨਸਟੀਟਿਊਸ਼ਨ ਹੈ, ਸਾਡਾ ਜਿਹੜਾ ਕੌਨਸਟੀਟਿਊਸ਼ਨ ਹੈ ਇਹ ਡਿਫਾਈਨ ਨਹੀਂ ਕਰਦਾ, ਕੋਈ ਕੁਆਲੀਫਿਕੇਸ਼ਨ ਜਿਹੜੀ ਹੈ ਡਿਫਾਈਨ ਨਹੀਂ ਕਰਦਾ। ਸਭ ਤੋਂ ਪਹਿਲਾਂ ਇਹ ਲਿਖੋ, नो qualification is mentioned, right। बट कहते ਇਹਦੇ ਵਿੱਚ ਇੱਕ ਕੁਆਲੀਫਿਕੇਸ਼ਨ ਬੋਲੀ ਗਈ ਹੈ ਕਿ ਅਗਰ ਅਸੀਂ 1.5 ਮੈਂਬਰਸ ਦੀ ਗੱਲ ਕਰੀਏ, ਠੀਕ ਹੈ, ਉਹ ਪਰਸਨ ਹੋਣੇ ਚਾਹੀਦੇ ਜਿਨ੍ਹਾਂ ਨੇ ਗਵਰਨਮੈਂਟ ਆਫ ਇੰਡੀਆ ਦੇ ਆਫਿਸ ਦੇ ਵਿੱਚ ਐਟਲੀਸਟ 10 ਸਾਲ ਤੱਕ ਕੰਮ ਕੀਤਾ ਹੈ। ਮੈਂ ਕੀ ਕਿਹਾ ਕਿ ਆ ਅਦਰ ਮੈਂਬਰਸ ਦੇ ਵਿੱਚ ਇੱਕ 1.5 ਜਿਹੜੇ ਮੈਂਬਰਸ ਹੋਣਗੇ ਉਹ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਗਵਰਨਮੈਂਟ ਆਫ ਇੰਡੀਆ ਦੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ 10 ਸਾਲ ਤੱਕ ਕੰਮ ਕੀਤਾ। ਚਲੋ ਇਹ ਹੋ ਗਿਆ। ਹੁਣ ਉਸ ਤੋਂ ਬਾਅਦ ਕੀ ਹੁੰਦਾ ਕਿ ਸਪੋਜ਼ ਕਰੋ ਕਿ ਚੇਅਰਮੈਨ ਜਿਹੜਾ ਹੈ ਉਹਦੀ ਕੋਈ ਪ੍ਰੋਬਲਮ ਆ ਜਾਏ, ਜਾਂ ਉਹਦੀ ਡੈਥ ਹੋ ਜਾਏ, ਕੋਈ ਵੀ ਕਾਰਨ ਹੋ ਜਾਏ ਕਿ ਚੇਅਰਮੈਨ ਦੀ ਜਿਹੜੀ ਸੀਟ ਹੈ ਉਹ ਵੇਕੈਂਟ ਹੋ ਜਾਏ, ਚੇਅਰਮੈਨ ਦੀ ਜਿਹੜੀ ਸੀਟ ਹੈ ਉਹ ਵੇਕੈਂਟ ਹੋ ਜਾਏ, ਰਾਈਟ। ਤਦ ਕੀ ਹੋਏਗਾ? ਤਦ ਇੱਕ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਐਕਟਿੰਗ ਚੇਅਰਮੈਨ ਵੀ ਜਿਹੜਾ ਹੈ ਉਹ ਅਪॉइंट ਕਰ ਸਕਦਾ ਹੈ, ਠੀਕ ਹੈ। ਹੁਣ ਜਦੋਂ ਕਦੋਂ ਅਪॉइंट ਕਰ ਸਕਦਾ ਹੈ? ਜਾਂ ਤਾਂ चेयरमैन ਦੀ सीट वेकेंट हो जाए, किसी भी कारण उन्हें रेजिग्नेशन देता है, बीमार हो गया है, कोई भी कारण हो सकता है, या चेयरमैन जड़ा है अपने फंक्शंस को परफॉर्म नहीं कर पा रहा। व्हेन चेयरमैन is unable to perform their function। हुणे ते क्वेश्चन किद्दां पूछेगा? एक्टिंग चेयरमैन कौन जड़ा है तुहाडा अपॉइंट करदा है, प्रेजेंट करदा है, ठीक है। ये गल याद रखनी है। हो गया, इन्ना समझ आ गया। हुण एक बहुत इंपॉर्टेंट गल आंदी है कि जद असी गल करदे हां कि यूपीएससी दी, ਤਾਂ ਇਹਦੇ ਵਿੱਚ यूनियन पब्लिक सर्विस कमीशन ਦੇ ਜਿਹੜੇ ਮੈਂਬਰਸ ਹੁੰਦੇ ਨੇ ਇਹਨਾਂ ਨੂੰ ਰਿਮੂਵ ਕਿੱਦਾਂ ਕੀਤਾ ਜਾਂਦਾ ਹੈ, ਰਿਮੂਵਲ ਕਿੱਦਾਂ ਹੁੰਦਾ ਹੈ। ਇਹ ਬਹੁਤ ਇੰਪੋਰਟੈਂਟ ਗੱਲ ਹੈ, ਧਿਆਨ ਨਾਲ ਸੁਣਿਓ। ਰਿਮੂਵਲ ਹੁੰਦਾ ਹੈ ਕਿ ਸਪੋਜ਼ ਕਰੋ ਰਿਮੂਵ ਤਾਂ ਤੁਹਾਡੇ ਵੈਸੇ ਪ੍ਰੈਜ਼ੀਡੈਂਟ ਕਰਦੇ ਨੇ, ਬਟ ਇਹਦੇ ਵਿੱਚ ਇੱਕ ਬਹੁਤ ਵੱਡਾ ਇੰਪੋਰਟੈਂਟ ਪੁਆਇੰਟ ਹੈ, ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦੀ ਹਾਂ। ਰਿਮੂਵਲ ਜਿਹੜਾ ਪ੍ਰੈਜ਼ੀਡੈਂਟ ਦੇ ਦੁਆਰਾ ਹੁੰਦਾ ਹੈ। ਕਦੋਂ ਹੁੰਦਾ ਹੈ? ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੀ ਕੋਈ यूपीएससी ਦਾ ਜਿਹੜਾ ਪਰਸਨ ਹੈਗਾ ਉਹ ਇੱਕ ਤਰੀਕੇ ਨਾਲ ਬੈਂਕਰਪਟ ਹੋ ਜਾਏ, ਠੀਕ ਹੈ। ਇਫ he is adjudged and insolvent, या तुसी कह लो बैंकरप्ट होना, राइट। या कह लो कि वो किसी भी होर ऑफिस दे विच प्रॉफिटली इंगेज हो जाए काम करते करते, यानी कि अलाउ नहीं है। अगर तुसी यूपीएससी के चेयरमैन हो, तुसी होर किते काम नहीं कर सकते। इफ ही एंगेजेस ड्यूरिंग हिज टर्म ऑफ ऑफिस, his term of office in any paid employment, in any paid employment, कह लो outside the duties of his office, ठीक है। ਤਾਂ ਪ੍ਰੈਜ਼ੀਡੈਂਟ ਜਿਹੜਾ ਹੈ ਉਹਨਾਂ ਨੂੰ ਕੱਢ ਸਕਦਾ ਹੈ। ਜਾਂ ਪ੍ਰੈਜ਼ੀਡੈਂਟ ਨੂੰ ਇਹ ਲੱਗੇ ਕਿ ਜਿਹੜਾ यूपीएससी ਦਾ ਚੇਅਰਮੈਨ ਹੈ, ठीक है, वो अनफिट है। अनफिट का मतलब पता की है, जिवें दिमागी तौर तो यानी कि अपने फंक्शनस जो परफॉर्म नहीं कर सकता, तो प्रेजेंट उन्होंने निकाल सकता है। एक बहुत इंपॉर्टेंट पॉइंट आता है, अगर प्रेजेंट नूं ये लगे कि जिहड़ा यूपीएससी का चेयरमैन है वो मिसबिहेवियर कर रहा है, मिसबिहेवियर मतलब मिसबिहेवियर के रूप दे विच उहनूं कड्डे, तो इहदे ते एक बहुत इंपॉर्टेंट क्लू आता है। वो ये आता है कि सुप्रीम कोर्ट कोल ये पावर थोड़ी चली जाती है। सुप्रीम कोर्ट अगर प्रेजेंट मिसबिहेवियर के कॉन्सैप्ट के उत्ते
ਕੱਢ ਰਿਹਾ ਹੈ। ਮਿਸਬਿਹੇवियर ਦਾ ਮਤਲਬ क्या है कि किसी कॉन्ट्रैक्ट या एग्रीमेंट ਦੇ ਵਿੱਚ ਆ ਗਿਆ ਹੈ, ਠੀਕ ਹੈ, ਕੋਈ ਇੱਦਾਂ ਦਾ ਗਲਤ ਕੰਮ ਕਰ ਲਿਆ ਪ੍ਰੋਫਿਟ ਲਈ, अर्निंग ਕਰਨ ਲਈ, ਇਹ ਮਿਸਬਿਹੇवियर ਦੇ ਵਿੱਚ ਕਾਊਂਟ ਹੁੰਦਾ ਹੈ। ਕੌਨਸਟੀਟਿਊਸ਼ਨ ਦੇ ਵਿੱਚ ਇਹ ਡਿਫਾਈਨ ਕੀਤਾ ਗਿਆ ਮਿਸਬਿਹੇवियर ਕੀ ਹੁੰਦਾ ਹੈ। ਤਾਂ ਪ੍ਰੈਜ਼ੈਂਟ ਨੂੰ ਰੈਫਰ ਕਰਨਾ ਪਏਗਾ ਸੁਪਰੀਮ ਕੋਰਟ ਨੂੰ। ਹੁਣ ਸੁਪਰੀਮ ਕੋਰਟ ਜਿਹੜਾ ਹੈ ਉਹ ਰਿਪੋਰਟ ਸਬਮਿਟ ਕਰਵਾਏਗੀ ਚੈੱਕ ਕਰਨ ਲਈ ਕਿ ਜਿਹੜਾ यूपीएससी ਦਾ ਚੇਅਰਮੈਨ ਹੈ ਜਾਂ ਅਦਰ ਮੈਂਬਰ ਹੈ ਕਿ ਉਹ ਗਿਲਟੀ ਹੈਗੇ ਹੈ ਕਿ ਨਹੀਂ ਹੈਗੇ ਹੈ। ਅਗਰ यूपीएससी ਨੇ ਕਹਿਤਾ ਕਿ ਹਾਂ ਗਿਲਟੀ ਹੈਗੇ ਤਾਂ ਪ੍ਰੈਜ਼ੈਂਟ ਨੂੰ ਰਿਮੂਵ ਕਰਨਾ ਪਏਗਾ, ਠੀਕ ਹੈ। ਤੇ ਹੁਣ ਇੱਥੇ ਇੱਕ ਇੰਪੋਰਟੈਂਟ ਗੱਲ ਹੈ ਕਿ ਅਗਰ ਸੁਪਰੀਮ ਕੋਰਟ ਨੇ ਐਡਵਾਈਜ਼ ਕੀਤਾ ਪ੍ਰੈਜ਼ੈਂਟ ਨੂੰ ਕਿ ਹਾਂਜੀ ਬਈ ਹੈਗੇ ਹੈ, ਗਿਲਟੀ ਹੈਗੇ ਹੈ, ਤਾਂ ਇੱਥੇ ਇਹ ਬਾਈਂਡਿੰਗ ਹੋ ਜਾਏਗਾ। ਬਾਈਂਡਿੰਗ ਦਾ ਮਤਲਬ ਸਮਝਦੇ ਹੋ, ਮਤਲਬ ਇਹ ਹੈ ਕਿ ਪ੍ਰੈਜ਼ੈਂਟ ਨੂੰ ਕੱਢਣਾ ਹੀ ਪਏਗਾ, ਠੀਕ ਹੈ। ਤੇ ਐਡਵਾਈਸ ਜਿਹੜੀ ਹੈ ਉਹ ਬਾਈਂਡਿੰਗ ਹੋ ਜਾਂਦੀ ਹੈ। ਇਹ ਸੀ ਤੁਹਾਡੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਹੁਣ ਅਗਰ ਆਪਾਂ यूपीएससी ਦੇ ਬਾਰੇ ਗੱਲ ਕਰੀਏ, ਫੰਕਸ਼ਨ ਕੀ ਹੁੰਦੇ, ਐਗਜ਼ਾਮ ਕੰਡਕਟ ਕਰਨਾ, ਕਿਹੜੇ ਆਲ ਇੰਡੀਆ ਸਰਵਿਸ, ਸੈਂਟਰਲ ਸਰਵਿਸ, ਪਬਲਿਕ ਸਰਵਿਸ ਹੋ ਗਿਆ। ਤੇ ਫੰਕਸ਼ਨਸ ਕੀ ਹੋਏ, ਸਭ ਤੋਂ ਪਹਿਲਾਂ ਆਲ ਇੰਡੀਆ ਸਰਵਿਸਿਜ਼ ਦੇ ਐਗਜ਼ਾਮ ਕਲੈਕਟ ਕਰਨਾ, ਸੈਂਟਰਲ ਸਰਵਿਸਿਜ਼ ਦੇ ਐਗਜ਼ਾਮ ਕਰਨਾ, ਠੀਕ ਹੈ, ਪਬਲਿਕ ਸਰਵਿਸਿਜ਼ ਦੇ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਇੰਡੀਪੈਂਡੈਂਟ ਕਿੱਦਾਂ ਹੈ, ਹੁਣ ਆਪਾਂ ਇਹ ਗੱਲ ਕਹੀ ਪਿੱਛੇ ਕਿ यूपीएससी ਜਿਹੜੀ ਹੈ ਇੱਕ ਇੰਡੀਪੈਂਡੈਂਟ ਬੋਡੀ ਕਿੱਦਾਂ ਹੈ, ਕਿਉਂਕਿ ਜਿਹੜਾ ਚੇਅਰਮੈਨ ਹੁੰਦਾ ਹੈ ਉਹ ਪ੍ਰੈਜ਼ੈਂਟ ਦੇ ਦੁਆਰਾ ਰਿਮੂਵ ਕੀਤਾ ਜਾਂਦਾ ਹੈ, ਠੀਕ ਹੈ, ਕੈਨ ਬੀ ਰਿਮੂਵ ਫਰੋਮ ਬਾਈ ਦਾ ਪ੍ਰੈਜ਼ੈਂਟ। ਜਿਹੜੀ ਕੰਡੀਸ਼ਨ ਹੁੰਦੀ ਹੈ ਇਹ ਵੀ ਪ੍ਰੈਜ਼ੀਡੈਂਟ ਹੀ ਡਿਟਰਮਾਈਨ ਕਰਦਾ ਹੈ ਚੇਅਰਮੈਨ ਦੀ। ਹੋਰ ਇੱਕ ਹੋਰ ਗੱਲ, ਜਿਹੜੀ ਚੇਅਰਮੈਨ ਦੀ ਸੈਲਰੀ ਵਗੈਰਾ ਆਉਂਦੀ ਹੈਗੀ ਹੈ, ਠੀਕ ਹੈ, ਉਹ ਕੰਸੋਲੀਡੇਟਿਡ ਫੰਡ ਆਫ ਇੰਡੀਆ ਤੋਂ ਆਉਂਦੀ ਹੈ, ਠੀਕ ਹੈ, ਕੰਸੋਲੀਡੇਟਿਡ ਫੰਡ ਆਫ ਇੰਡੀਆ ਤੋਂ ਆਪਾਂ ਲੈਨੇ ਪੁੱਛ ਲਿੱਤਾ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਮੈਂਬਰ ਹੁੰਦਾ ਹੈ यूपीएससी ਦਾ ਉਹ ਅਪਾਇੰਟ ਹੋ ਜਾਂਦਾ ਚੇਅਰਮੈਨ, ਐਜ਼ ਅ ਚੇਅਰਮੈਨ ਅਪਾਇੰਟ ਹੋ ਸਕਦਾ ਹੈ, ਬਟ ਕਿਸੇ ਵੀ ਹੋਰ ਡਿਪਾਰਟਮੈਂਟ ਦੇ ਵਿੱਚੋਂ ਕੋਈ ਹੋਰ ਚੀਜ਼ ਅਪਾਇੰਟ ਨਹੀਂ ਹੋ ਸਕਦਾ। ਇੱਕ ਹੋਰ ਗੱਲ, ਅਗਰ ਕੋਈ ਚੇਅਰਮੈਨ ਹੈ, ਠੀਕ ਹੈ, ਉਹਦਾ 6 ਸਾਲ ਪੂਰੇ ਹੋ ਚੁੱਕੇ ਹੈ, ਉਹਦੀ ਰੀਅਪਾਇੰਟਮੈਂਟ ਨਹੀਂ ਹੋਏਗੀ, ਉਹਦੀ ਰੀਅਪਾਇੰਟਮੈਂਟ ਨਹੀਂ ਹੋਏਗੀ। ਇਹ ਸਾਡਾ ਸੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਬਸ ਇਹਨਾਂ ਤੁਸੀਂ ਯਾਦ ਰੱਖਣਾ ਹੈ। ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਜਿਹੜਾ ਪਸੰਦ ਆਇਆ। ਅਗਲੇ ਵਿੱਚ ਅਸੀਂ ਕਰਾਂਗੇ ਸਟੇਟ ਪਬਲਿਕ ਸਰਵਿਸ ਕਮਿਸ਼ਨ, ਉਹ ਵੀ ਕਾਫੀ ਇੰਪੋਰਟੈਂਟ ਹੈ। ਥੈਂਕ ਯੂ ਵੈਰੀ ਮਚ, ਹੈਵ ਅ ਗ੍ਰੇਟ ਡੇ।